ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ, ਇਸ ਦੇ ਵਿੱਚ ਨਿੱਘੀ ਜੀ ਆਇਆਂ ਨੂੰ, ਸਭ ਨੂੰ ਸਵਾਗਤ ਹੈ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਬੁਲਟਨ 'ਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ, ਜੋ ਕਿ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 4082722500, 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਂਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਹੀ ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਹੁਣ ਪੰਜਾਬ ਭਾਰਤ ਦੀਆਂ ਖਬਰਾਂ ਦੇ ਉੱਤੇ ਕਰਦੇ ਹਾਂ ਜੀ, ਰੁੱਖ ਕਰਦੇ ਹਾਂ। ਹਰਿਆਣੇ ਦੇ ਵਿੱਚ ਅੱਖਾਂ ਦੀ ਰੌਸ਼ਨੀ ਦਾ ਜਿਹੜਾ ਜੀ ਕਹਿੰਦੇ ਅੱਖਾਂ ਦਾ ਕੈਂਪ ਲੱਗਾ ਸੀ, ਉਸ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਰੌਸ਼ਨੀ ਚਲੀ ਗਈ ਜੀ। ਹਰਿਆਣੇ ਦੀ ਸਰਕਾਰ ਨੇ ਪਾਣੀਪਤ ਦੇ ਇੱਕ ਹਸਪੀਟਲ ਦੇ ਵਿੱਚ ਜਿਹੜਾ ਅੱਖਾਂ ਦਾ ਆਪਰੇਸ਼ਨ ਕਰਾਉਣ ਤੋਂ ਬਾਅਦ 19 ਵਿਅਕਤੀਆਂ ਦੀ ਅੱਖਾਂ ਦੀ ਰੌਸ਼ਨੀ ਜਿਹੜੀ ਹੈ ਉਹ ਜਾਣ ਦੇ ਮਾਮਲੇ ਦੀ ਮੈਜਿਸਟ੍ਰੇਟ ਦੀ ਜਾਂਚ ਜਿਹੜੀ ਹੈ ਜੀ ਉਹ ਕਰਵਾਉਣ ਦਾ ਫੈਸਲਾ ਕੀਤਾ, ਔਰ ਜਿਹੜਾ ਸਾਰਾ ਖਰਚਾ ਉਹ ਵੀ ਝੱਲਣ ਦਾ ਐਲਾਨ ਕੀਤਾ ਜੀ। ਇਹ ਸਾਰੇ ਮਰੀਜ਼ PGI ਚੰਡੀਗੜ੍ਹ ਦੇ ਵਿੱਚ ਦਾਖਲ ਕਰਵਾਏ ਗਏ ਨੇ। ਹਰਿਆਣੇ ਦੇ ਜਿਹੜਾ ਸਿਹਤ ਮੰਤਰੀ ਆ ਅਨਿਲ ਵਿਜ, ਉਹਨਾਂ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ 2 ਪੱਧਰ ਦੇ ਉੱਤੇ ਕਿਹਾ ਕਿ ਕਰਵਾਈ ਜਾਊਗੀ। ਇਹਦੇ ਵਿੱਚ ਇਹ ਪਤਾ ਲੱਗਾ ਜੀ ਕਿ ਐਕਚੁਅਲੀ 19 ਮਰੀਜ਼ਾਂ ਦੇ ਵਿੱਚੋਂ 14 ਨੂੰ PGI ਦਾਖਲ ਜਿਹੜਾ ਜੀ ਕਰਵਾਇਆ ਗਿਆ। ਇਹਨਾਂ ਵਿੱਚੋਂ 6 ਦਾ ਆਪਰੇਸ਼ਨ ਜਿਹੜਾ ਕੀਤਾ ਗਿਆ, 5 ਜਣਿਆਂ ਦਾ ਇਲਾਜ ਜਿਹੜਾ ਉਹ ਪਾਣੀਪਤ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਜਿਹੜਾ ਇਹ ਪਤਾ ਲੱਗਾ ਕਿਉਂਕਿ ਇਹ ਜਿਹੜੇ ਮਰੀਜ਼ ਨੇ ਜਿਨ੍ਹਾਂ ਨੂੰ ਇਹਨਾਂ ਦੀ ਹਾਲਤ ਇਸ ਕਰਕੇ ਗੰਭੀਰ ਹੈ ਕਿ ਸੂਡੋਮੋਨਾਸ ਵਾਇਰਸ ਜਿਹੜਾ ਜੀ ਇਹਨਾਂ ਨੂੰ ਹੋ ਗਿਆ। ਇਹ ਵਾਇਰਸ ਹਵਾ, ਪਾਣੀ ਜਾਂ ਸਰੀਰ ਦੇ ਕਿਸੇ ਹਿੱਸੇ ਤੋਂ ਅੱਖਾਂ ਦੇ ਵਿੱਚ ਚਲੇ ਜਾਂਦਾ ਜੀ। ਇਸ ਵਾਇਰਸ ਦੇ ਨਾਲ ਇੱਕ ਵਾਰੀ ਅੱਖਾਂ ਦੇ ਵਿੱਚ ਪਹੁੰਚਣ ਦੇ ਨਾਲ ਇਹ ਬਹੁਤ ਘਾਤਕ ਜਿਹੜਾ ਜੀ ਹੁੰਦਾ। ਅੱਖਾਂ ਦਾ ਕੋਈ ਡਾਕਟਰ ਜਾਣਬੁੱਝ ਕੇ ਮਰੀਜ਼ ਦੀਆਂ ਅੱਖਾਂ ਦੇ ਨਾਲ ਇਹ ਪਤਾ ਲੱਗਿਆ ਕਿ ਖਿਲਵਾੜ ਨਹੀਂ ਕਰਦਾ, ਪਰ ਇਹ ਹੋ ਗਿਆ। ਕਿਵੇਂ ਹੋ ਗਿਆ ਜੀ, ਇਹਦੇ ਵਾਸਤੇ ਜਿਹੜੀ ਹੈ ਜੀ ਇਹੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਇੱਕ ਕੈਂਪ ਲੱਗਾ ਸੀਗਾ ਪਾਣੀਪਤ ਦੇ ਵਿੱਚ, ਜਿੱਥੋਂ ਅਸਲ ਦੇ ਵਿੱਚ ਇਹ ਸਾਰਾ ਜੀ ਅੱਗੇ ਤੋਂ ਅੱਗੇ ਫੈਲਿਆ। ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਸੀਗੀਆਂ ਜੀ ਇਹ
ਜਿਹੜੇ ਅੱਖਾਂ ਉਹ ਚਲੇ ਹੀ ਗਈਆਂ ਸੀਗੀਆਂ ਕਿੰਨਿਆਂ ਦੀਆਂ। ਜੀ ਜੀ ਬਿਲਕੁਲ ਜੀ। ਤੇ ਇਹ ਅਕਸਰ ਆਪਾਂ ਦੇਖਦੇ ਹਾਂ ਸਰਕਾਰਾਂ ਇੱਦਾਂ ਦੇ ਕੈਂਪ ਜਿਹੜੀਆਂ ਲਾਉਂਦੀ ਆ, ਪਰ ਸ਼ਾਇਦ ਤਿਆਰੀ ਨਹੀਂ ਪੂਰੀ ਰੱਖਦੀ, ਜਿਸ ਕਰਕੇ ਹਮੇਸ਼ਾ ਇੱਦਾਂ ਦੀਆਂ ਅਣਗਹਿਲੀਆਂ ਹੁੰਦੀਆਂ। ਸ਼ਾਇਦ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਜੀ ਕਿ ਕਿਉਂਕਿ ਇਹ ਵੀ ਹੈ ਕਿ ਜਿਹੜੇ ਕੈਂਪ ਲਾਉਣ ਵਾਲੇ ਨੇ ਇਹ ਕੁਛ NGOs ਨੇ ਜੀ, ਉਹਨਾਂ ਦੀ ਡਿਊਟੀ ਇਹ ਬਣਦੀ ਆ। ਵੈਸੇ ਬੇਸ਼ੱਕ ਪਾਬੰਦੀ ਲੱਗੀ ਹੋਈ ਆ ਕਿ ਕਿਸੇ ਨੂੰ ਆਪਰੇਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੱਕ ਛੋਟਾ ਜਿਹਾ ਕਣ ਵੀ ਜਿਹੜਾ ਉਹ ਮਿੱਟੀ ਦਾ ਬੰਦੇ ਦੇ ਕਿਸੇ ਦੇ ਆਪਰੇਸ਼ਨ ਦੇ ਦੌਰਾਨ ਚਲੇ ਗਿਆ ਤੇ ਉਹ ਗਿਆ ਬੰਦਾ। ਜੀ NGOs ਜਿਹੜੀਆਂ ਕਿ ਵੱਖ-ਵੱਖ ਫੰਡ ਵੀ ਇਕੱਠੇ ਕਰਦੀਆਂ ਨੇ ਜੀ, ਸਰਕਾਰਾਂ ਤੋਂ ਵੀ ਗ੍ਰਾਂਟਾਂ ਲੈਂਦੀਆਂ ਨੇ, ਉਹ ਬਹੁਤੀ ਵਾਰੀ ਇਹਨਾਂ ਦੀ ਅਣਗਹਿਲੀ ਕਰ ਜਾਂਦੀਆਂ ਨੇ। ਜੀ ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ ਵੀ ਕਹਿ ਰਹੇ ਵੀ ਰਾਹੁਲ ਗਾਂਧੀ ਦੀ ਜਸੂਸੀ ਤੋਂ ਲੈ ਕੇ ਕਾਂਗਰਸ ਖਾਸੀ ਨਾਖੁਸ਼ ਆ ਤੇ ਚੰਗਾ ਵਿਵਾਦ ਬਣਦਾ ਜਾ ਰਿਹਾ ਇਸ ਦਾ। ਜੀ ਰਾਹੁਲ ਗਾਂਧੀ ਦੇ ਦਫ਼ਤਰ ਦੇ ਵਿੱਚ ਆ ਕੇ ਉਹਨਾਂ ਬਾਰੇ ਸਵਾਲ ਪੁੱਛਣ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਸਿਆਸੀ ਜਸੂਸੀ ਦਾ ਦੋਸ਼ ਲਾਉਂਦਿਆਂ ਹੋਇਆਂ ਸੈਂਟਰ ਦੀ ਸਰਕਾਰ ਦੇ ਉੱਤੇ ਹਮਲਾ ਜਿਹੜਾ ਜੀ ਉਹ ਬੋਲਿਆ। ਕਾਂਗਰਸ ਨੇ ਕਿਹਾ ਜੀ ਕਿ ਜਿਸ ਤਰ੍ਹਾਂ ਅਜੀਬ ਸਵਾਲ ਪੁੱਛੇ ਜਾ ਰਹੇ ਨੇ, ਉਹ ਤੋਂ ਸਾਫ਼ ਹੈ ਕਿ ਰਾਹੁਲ ਦੀ ਜਸੂਸੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜਿਹੜੇ ਕਾਂਗਰਸ ਦਾ ਬੁਲਾਰਾ ਆ ਅਭਿਸ਼ੇਕ ਮਨੂ ਸਿੰਘ ਵੀ, ਉਹਨੇ ਕਿਹਾ ਕਿ ਪੁਲਿਸ ਨੇ ਰਾਹੁਲ ਗਾਂਧੀ ਬਾਰੇ ਕਈ ਸਵਾਲ ਕੀਤੇ ਨੇ ਜਿਹੜੇ ਬੜੇ ਅਜੀਬ ਨੇ। ਪੁਲਿਸ ਵਾਲੇ ਨੇ ਰਾਹੁਲ ਗਾਂਧੀ ਦਾ ਹੁਲੀਆ ਪੁੱਛਿਆ, ਉਹਦੇ ਪਿਓ ਦਾ ਨਾਂ ਪੁੱਛਿਆ ਜੀ, ਆਉਣ ਜਾਣ ਦਾ ਸਮਾਂ ਤੇ ਉਹਦੇ ਨੇੜਲੇ ਕਿਹੜੇ ਕਿਹੜੇ ਨੇ ਇਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਮੰਗੀ ਆ। ਉਹਨੇ ਕਿਹਾ ਕਿ ਪੁਲਿਸ ਅਫਸਰ ਨੇ ਕਈ ਅਜੀਬੋ-ਗਰੀਬ ਸਵਾਲ ਪੁੱਛੇ ਨੇ ਜਿਹਦੀ ਕੋਈ ਤੁੱਕ ਨਹੀਂ ਬਣਦੀ। ਸਿੰਘ ਨੇ ਇਹ ਵੀ ਗੱਲ ਕੀਤੀ ਹੈ ਕਿ ਪੁੱਛਗਿੱਛ ਕਰਨ ਵਾਲਾ ASI ਜਿਹੜਾ ਸ਼ਮਸ਼ੇਰ ਸਿੰਘ ਹੈ, ਉਹਨੇ ਇਹ ਕਿਹਾ ਕਿ ਇਹ ASI ਤਿਲਕ ਮਾਰਗ ਥਾਣੇ ਦੇ ਵਿੱਚ ਨਹੀਂ, ਸਗੋਂ ਪੁਲਿਸ ਹੈੱਡਕੁਆਟਰ ਦੇ ਵਿੱਚ ਤਾਇਨਾਤ ਹੈ। ਜਦੋਂ ਪੁਲਿਸ ਤੋਂ ਇਹ ਜਾਣਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਕਿ ਇੱਦਾਂ ਦੇ ਸਵਾਲ ਪੁੱਛਣ ਦਾ ਕੀ ਮਤਲਬ ਹੈ, ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ। ਕਾਂਗਰਸੀ ਆਗੂ ਨੇ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਔਰ ਇਹ ਕਿਹਾ ਕਿ ਪੁਲਿਸ ਦੇ ਰਾਹੀਂ ਰਾਹੁਲ ਗਾਂਧੀ ਦੀ ਜਸੂਸੀ ਜਿਹੜੀ ਹੈ ਜੀ ਉਹ ਕਿਉਂ ਕਰਵਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਦੇਸ਼ ਦਾ ਮਾਡਲ ਨਹੀਂ, ਸਗੋਂ ਗੁਜਰਾਤ ਮਾਡਲ ਲੱਗ ਰਿਹਾ। ਕਾਂਗਰਸ ਨੇ ਵੀ ਦੋਸ਼ ਲਾਇਆ ਕਿ ਦੇਸ਼ ਦੇ ਅੰਦਰ ਕਾਨੂੰਨ ਤੇ ਸਿਸਟਮ ਬਾਰੇ ਕਈ ਮੁੱਦੇ ਜਿਹੜੇ ਉਹ ਖੜੇ ਨੇ। ਉਂਝ ਵੈਸੇ ਜਸੂਸੀ ਦਾ ਦੋਸ਼ ਜਿਹੜਾ ਜੀ ਉਹ ਕਾਂਗਰਸ ਲਾ ਰਹੀ ਹੈ, ਪਰ ਇੱਥੇ ਉਹ ਭੁੱਲ ਕਰ ਰਹੀ ਹੈ। ਜਸੂਸੀ ਏਦਾਂ ਥੋੜੀ ਹੁੰਦੀ ਹੈ ਕੋਈ ਜਾ ਕੇ ਜਿਹੜਾ ਜੀ ਉਹ ਪੁੱਛਣਾ ਸ਼ੁਰੂ ਕਰ ਦੇਵੇ। ਜਸੂਸੀ ਦਾ ਜਿਹੜੀ ਆ ਉਹ ਅੰਦਰ ਖਾਤੇ ਜਿਹੜੀ ਆ ਉਹ ਹੁੰਦੀ ਹੈ। ਇਉਂ ਲੱਗਦਾ ਜੀ ਕਿ ਇਸ ਵੇਲੇ ਮੁੱਦਾ ਹੀਣ ਹੋਈ ਪਈ ਕਾਂਗਰਸ ਤੇ ਰਾਹੁਲ ਹੀਣ ਹੋਈ ਪਈ ਕਾਂਗਰਸ, ਕਿਉਂਕਿ ਉਹਦਾ ਅਜੇ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਥੇ ਆ। ਉਹਨੂੰ ਕੋਈ ਨਾ ਕੋਈ ਮੁੱਦਾ ਜਿਹੜਾ ਨਾ ਜੀ ਉਹ ਚਾਹੀਦਾ। ਮਨਮੋਹਨ ਸਿੰਘ ਵਾਲਾ ਮੁੱਦਾ ਵੀ ਜਿਹੜਾ ਨਾ ਜੀ ਉਹ ਚੱਲਿਆ ਨਹੀਂ ਇੰਨਾ ਜਿੰਨਾ ਕੁ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਲੋਕਾਂ ਦੇ ਵਿੱਚ ਇਸ ਗੱਲ ਦਾ ਅਹਿਸਾਸ ਗਿਆ ਜੀ ਕਿ ਉਹ ਤਾਂ ਮਾਮਲਾ ਅਦਾਲਤ ਦਾ, ਕਾਂਗਰਸ ਐਵੇਂ ਇਹਨੂੰ ਬਣਾਉਂਦੀ ਫਿਰਦੀ ਹੈ। ਤਾਂ ਕਰਕੇ ਹੁਣ ਛੋਟੇ ਛੋਟੇ ਜਿਹੜੇ ਮੁੱਦੇ ਨੇ ਨਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਇਹ ਵੀ ਦੇਖ ਰਿਹਾ ਵੀ ਕਾਫੀ ਚਿਰਾਂ ਤੋਂ ਅਖਬਾਰਾਂ ਤੋਂ ਟੀਵੀਆਂ ਤੋਂ ਇਹ ਅਲੋਪ ਹੋਏ ਨੇ, ਇਹ ਦੇਖ ਨਹੀਂ ਰਹੇ। ਸੋ ਕਿਤੇ ਨਾ ਕਿਤੇ ਇਹ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੇ ਉੱਧਰ। ਤੇ ਅਗਲੀ ਗੱਲ ਕਰਦੇ ਹਾਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਨੂੰ ਵਾਪਸ ਪਰਤਣਗੇ। ਜੀ ਅਰਵਿੰਦ ਕੇਜਰੀਵਾਲ ਹੋਰੀ ਇਸ ਵੇਲੇ ਜਿਹੜੇ ਜੀ ਬੈਂਗਲੁਰੂ ਦੇ ਵਿੱਚ ਆਪਣਾ ਇਲਾਜ ਜਿਹੜਾ ਜੀ ਉਹ ਕਰਵਾ ਰਹੇ ਨੇ ਨੈਚੁਰਲ ਪੈਥੀ ਦੇ ਨਾਲ ਜੀ। ਔਰ ਇੱਥੇ ਜਿਹੜਾ ਜੀ ਉਹਨਾਂ ਯੋਗਾ ਤੇ ਦੂਜੀ ਜਿਹੜੀ ਟਰੀਟਮੈਂਟ ਹੈ ਦੇਸੀ ਤਰੀਕੇ ਦੀ ਉਹ ਸਾਰੀ ਦੀ ਸਾਰੀ ਚੱਲ ਰਹੀ ਹੈ। ਕੱਲ ਨੂੰ ਸੋਮਵਾਰ ਨੂੰ ਰਾਜਧਾਨੀ ਦੇ ਵਿੱਚ ਜਿਹੜਾ ਜੀ ਉਹ ਪਰਤਉਣਗੇ। ਉਹਨਾਂ ਦੀ ਜਿਹੜੀ ਬਲੱਡ ਸ਼ੂਗਰ ਹੈ ਉਹ ਕਾਫੀ ਕੰਟਰੋਲ ਜਿਹੜੀ ਦੱਸੀ ਦੀ ਹੈ। ਉਹਨਾਂ ਦੀ ਜਿਹੜੀ ਖੰਘ ਹੈ ਉਹਦੇ ਉੱਤੇ ਵੀ ਵਾਹਵਾ ਜਿਹੜਾ ਜੀ ਉਹ ਕੰਟਰੋਲ ਦੱਸਿਆ ਜਾਂਦਾ ਹੈ। ਉਹ ਆਪਣੇ ਜਿਹੜੇ ਫੈਮਿਲੀ ਦੇ ਨਾਲ, ਖਾਸ ਤੌਰ ਤੇ ਉਹਨਾਂ ਦੇ ਪੇਰੈਂਟ ਜਿਹੜੇ ਉਹ ਨਾਲ ਨੇ, ਜਿਹੜੇ ਉੱਥੇ ਇਲਾਜ ਦੇ ਦੌਰਾਨ ਜਿਹੜੇ ਨਾਲ ਹੀ ਉਹਨਾਂ ਦੇ ਰਹੇ ਨੇ। ਜੋ ਕੁਛ ਦਿੱਲੀ ਦੇ ਵਿੱਚ ਵਾਦ ਵਿਵਾਦ ਜਿਹੜਾ ਜੀ ਚੱਲ ਰਿਹਾ ਪਾਰਟੀ ਦਾ, ਉਹਨੂੰ ਲੈ ਕੇ ਉਹ ਬਹੁਤ ਸਾਰੇ ਮੇਰਾ ਖਿਆਲ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਆਉਣਗੇ ਆਉਂਦਿਆਂ ਸਾਰ। ਹਾਲਾਂਕਿ ਹੁਣ ਕੁਝ ਜਿਹੜੀ ਹੈ ਜੀ ਉਹ ਠੱਲ ਜ਼ਰੂਰ ਪਈ ਹੈ ਇਸ ਸਭ ਕਾਸੇ ਨੂੰ, ਜਿੰਨਾ ਪਿਛਲੇ ਦਿਨਾਂ ਤੋਂ ਇਹ ਮਸਲਾ ਜਿਹੜਾ ਸੀਗਾ ਉਹ ਉੱਠਦਾ ਰਿਹਾ। ਉਮੀਦ ਹੈ ਜਿਸ ਕਿਸਮ ਦੇ ਉਹ ਸਿਆਣੇ ਟਾਈਪ ਦੇ ਇਨਸਾਨ ਜਿਹੜੇ ਉਹ ਗਿਣੇ ਜਾਂਦੇ ਨੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਜੀ ਉਹ ਸੁਧਾਰ ਲੈਣਗੇ। ਇੱਕ ਮੈਂ ਟਿੱਪਣੀ ਪੜ੍ਹ ਰਿਹਾ ਸੀਗਾ, ਕਿਸੇ ਦਾ ਸਟੇਟਸ ਸੀਗਾ, ਉਸ ਬੰਦੇ ਨੇ 2 ਲਾਈਨਾਂ ਦੇ ਵਿੱਚ ਬੜੀ ਚੰਗੀ ਗੱਲ ਲਿਖੀ ਆ ਕਿ ਅਰਵਿੰਦ ਕੇਜਰੀਵਾਲ ਤੋਂ ਪੜ੍ਹਿਆ ਲਿਖਿਆ ਬੰਦਾ, ਬਹੁਤ ਸਿਆਣਾ, ਕਿਸੇ ਵੀ ਮੁਲਕ ਦੀ ਸਿਟੀਜ਼ਨਸ਼ਿਪ ਮੰਗੇਗਾ ਤੈਨੂੰ ਝੱਟ ਦੇਣੀ ਮਿਲ ਜਾਣੀ ਹੈ। ਕਿੰਨਾ ਨਾ ਸਿਰ ਖਪਾ ਰਿਹਾ ਇੱਥੇ। ਜੀ 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 ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਥੇਦਾਰਾਂ ਦੇ ਵੱਲੋਂ ਚਲੰਤ ਸਾਲ ਦਾ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਉਹ ਜਾਰੀ ਕੀਤਾ ਗਿਆ। ਇਸ ਜਿਹੜਾ ਵਾਦ-ਵਿਵਾਦ ਜਿਹੜਾ ਜੀ ਉਹ ਵਾਹਵਾ ਭਖਿਆ ਹੀ ਰਿਹਾ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਜਿਹੜੇ ਜਥੇਦਾਰ 5 ਜਥੇਦਾਰ ਨੇ ਜੀ ਉਹ ਇਕੱਠੇ ਹੋਏ ਔਰ ਇਕੱਠੇ ਹੋ ਕੇ ਉਹਨਾਂ ਨੇ ਗਾਂਹ 5 ਹੋਰ ਡਿਊਟੀ ਜਿਹੜੀ ਉਹ ਲਾਤੀ ਕਿ ਤੁਸੀਂ ਇਹਦਾ ਜਿਹੜਾ ਜੀ ਹੱਲ ਕੱਢੋ ਤੇ ਤਰੀਕ ਦੇ ਦਿੱਤੀ ਜੀ ਸਾਲ ਦੇ ਅੰਤ ਤੱਕ।
ਵੀ ਆਰਾਮ ਦੇ ਨਾਲ ਕੋਈ ਕਾਹਲੀ ਨਹੀਂ ਹੈਗੀ, ਜੇ ਭੰਬਲ ਭੂਸੇ 'ਚ ਕੌਮ ਪਈ ਹੈ ਤਾਂ ਪਈ ਰਹਿਣ ਦਿਓ। ਪਰ ਇੱਕ ਗੱਲ ਉਹ ਦੱਸਣੀ ਭੁੱਲ ਗਏ ਕਿ ਜਿਹੜੇ ਬਾਕੀ ਦਿਨ ਤਿਉਹਾਰ ਆਉਣੇ ਨੇ ਉਹ ਕਿਹੜੇ ਕੈਲੰਡਰ ਦੇ ਨਾਲ ਮਨਾਉਣੇ ਨੇ, ਤਾਂ ਉਹਨੂੰ ਲੈ ਕੇ ਵਾਦ-ਵਿਵਾਦ ਜਿਹੜਾ ਸੀਗਾ ਉਹ ਪਿਛਲੇ ਦਿਨਾਂ ਤੋਂ ਜਾਰੀ ਸੀਗਾ। ਹੁਣ ਨਾਨਕਸ਼ਾਹੀ ਕੈਲੰਡਰ ਦੇ ਵਾਦ ਦੇ ਦੌਰਾਨ ਜਿਹੜਾ ਨਵਾਂ ਸਾਲ ਸ਼ੁਰੂ ਹੋਇਆ ਜੀ ਕੱਲ, ਉਹਦੇ ਤੋਂ ਪੰਜ ਸਿੰਘ ਸਾਹਿਬਾਨ ਨੇ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਜੀ, ਉਹ ਨਾ ਤਾਂ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਹੈ, ਨਾ 2010 ਵਾਲਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਦੇ ਨਾਲ ਮੇਲ ਖਾਂਦਾ ਹੈ। ਨਵੇਂ ਕੈਲੰਡਰ ਦੇ ਵਿੱਚ ਗੁਰਪੁਰਬਾਂ ਦੀਆਂ ਜਿਹੜੀਆਂ ਤਰੀਕਾਂ ਨੇ ਉਹ ਤੋਂ ਇਹ ਲੱਗਦਾ ਜੀ ਕਿ ਪੁਰਾਣੇ ਦੋਵੇਂ ਕੈਲੰਡਰਾਂ ਦਾ ਇਸ ਵਰੇ ਦੇ ਵਾਸਤੇ ਭੋਗ ਜਿਹੜਾ ਉਹ ਪਾ ਦਿੱਤਾ ਗਿਆ ਜੀ। ਨਾਨਕਸ਼ਾਹੀ ਸੰਮਤ 547 ਦਾ ਕੈਲੰਡਰ ਜਿਹੜਾ ਰਿਲੀਜ਼ ਕਰਨ ਦੇ ਸਮੇਂ ਇਹ ਜਿਹੜੇ ਪੰਜੇ ਜਥੇਦਾਰ ਜਿਹੜੇ ਉਹ ਹਾਜ਼ਰ ਸਨ ਨੇ, ਗਿਆਨੀ ਗੁਰਬਚਨ ਸਿੰਘ ਹੋਰੀ ਨੇ, ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੈਲੰਡਰ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਕਮੇਟੀ ਨੇ ਤਿਆਰ ਕੀਤਾ ਤੇ ਸਿਰਫ ਇੱਕੋ ਸਾਲ ਦੇ ਵਾਸਤੇ ਹੈ। ਉਹਨੇ ਇਹ ਵੀ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸੰਬੰਧੀ ਵਿਵਾਦ ਨੂੰ ਸਥਾਈ ਤੌਰ ਦੇ ਉੱਤੇ ਹੱਲ ਕਰਨ ਦੇ ਯਤਨ ਜਿਹੜੇ ਨੇ ਉਹ ਸ਼ੁਰੂ ਕੀਤੇ ਗਏ ਨੇ, ਜਿਹਦੇ ਵਾਸਤੇ ਕਮੇਟੀ ਜਿਹੜੀ ਹੈ ਇੱਕ ਗਠਿਤ ਜਿਹੜੀ ਹੈ ਉਹ ਕੀਤੀ ਗਈ ਹੈ। ਕੈਲੰਡਰ ਦੇ ਵਿੱਚ ਤਰੀਕਾਂ ਗੁਰਮੁਖੀ ਤੇ ਦੇਸੀ ਮਹੀਨਿਆਂ ਦੇ ਮੁਤਾਬਕ ਦੱਸੀਆਂ ਗਈਆਂ ਨੇ, ਜਦੋਂ ਕਿ ਪਹਿਲਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਇਹ ਤਰੀਕਾਂ ਰੋਮਨ ਅੱਖਰਾਂ ਦੇ ਵਿੱਚ ਜਿਹੜੀਆਂ ਉਹ ਹੁੰਦੀਆਂ ਸੀਗੀਆਂ। ਨਵੇਂ ਕੈਲੰਡਰ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਦਾ ਗੁਰਗੱਦੀ ਦਿਵਸ 5 ਚੇਤ ਭਾਵ 18 ਮਾਰਚ ਨੂੰ ਦਰਸਾਇਆ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ 14 ਮਾਰਚ ਨੂੰ ਇਹ ਮਨਾਇਆ ਜਾਂਦਾ ਹੈ। ਪਹਿਲੇ ਦਿਨ ਨਵੇਂ ਕੈਲੰਡਰ ਨੂੰ ਗੁਰੂ ਹਰਿਰਾਏ ਸਾਹਿਬ ਦੇ ਗੁਰਗੱਦੀ ਦਿਵਸ ਬਾਰੇ ਮਤਭੇਦ ਜਿਹੜੇ ਖੜੇ ਹੋ ਗਏ ਨੇ ਜੀ। ਜਿਹੜੇ ਬਾਕੀ ਗੁਰੂ ਸਾਹਿਬਾਨ ਨੇ ਉਹ ਵੀ ਪਹਿਲੇ ਕੈਲੰਡਰਾਂ ਦੇ ਨਾਲ ਉਹਨਾਂ ਦੇ ਗੁਰਪੁਰਬ ਜਿਹੜੇ ਨੇ ਉਹ ਮੇਲ ਨਹੀਂ ਖਾਂਦੇ। ਨਵਾਂ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕਰ ਦਿੱਤਾ ਗਿਆ। ਇੱਕ ਅਖਬਾਰ ਦੀ ਹੈਡਲਾਈਨ ਹੈ, ਪਤਾ ਨਹੀਂ ਉਹਨਾਂ ਨੇ ਭੋਲੇਪਨ ਦੇ ਵਿੱਚ ਜਾਂ ਗਲਤੀ ਦੇ ਨਾਲ ਬਣ ਗਈ, ਪਰ ਅਸਲ ਦੇ ਵਿੱਚ ਉਹੋ ਹੀ ਤਰਜਮਾਨੀ ਕਰਦੀ ਹੈ ਜੀ ਇਸ ਕੈਲੰਡਰ ਦੀ, ਜਿਹੜੀ ਹੈਡਲਾਈਨ ਇਹ ਕਹਿੰਦੀ ਆ ਕਿ ਜਥੇਦਾਰ ਸਾਹਿਬ ਨੇ ਚਲੰਤ ਕੈਲੰਡਰ ਜਾਰੀ ਕੀਤਾ। ਚਲੰਤ ਕੈਲੰਡਰ ਹੈ ਜੀ ਅਸਲ ਜੀ ਬਿਲਕੁਲ ਜੀ। ਜਿਸ ਤਰੀਕੇ ਦੇ ਨਾਲ ਹੋਰ ਵੀ ਕਾਫੀ ਸਾਰੇ ਨਿਊਜ਼ਪੇਪਰ ਦੀਆਂ ਹੈਡਲਾਈਨਾਂ ਨਾਨਕਸ਼ਾਹੀ ਨਾਮ ਦੇ ਹੇਠਾਂ ਬਿਕਰਮੀ ਕੈਲੰਡਰ ਜਿਹੜਾ ਆ ਉਹ ਜਾਰੀ ਕੀਤਾ ਗਿਆ। ਅਗਲੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਕਿਸਾਨ ਅੰਨਾ ਹਜ਼ਾਰੇ ਦੀ ਬਾਂਹ ਫੜਨਗੇ ਵੀ ਜਿਹੜਾ ਉਹ ਇਸ ਟਾਈਮ ਪੈਦਲ ਮਾਰਚ ਕਰ ਰਹੇ ਉਸ ਦੇ ਵਿੱਚ ਉਹਨਾਂ ਦਾ ਸਾਥ ਦੇਣਗੇ। ਦੇਖੋ ਇਹ ਗੱਲ ਸੂਨਰ ਔਰ ਲੇਟਰ ਜਿਹੜੀ ਹੈ ਜੀ ਮੰਨਣੀ ਪੈਣੀ ਆ। ਇੱਕ ਉਰਦੂ ਦਾ ਸ਼ੇਰ ਹੈ, ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ ਜੀ। ਜੋ ਕੁਛ ਅਕਾਲੀਆਂ ਨੇ ਇਸ ਕਾਲੇ ਕਾਨੂੰਨ ਦੇ ਉੱਤੇ ਸਾਈਨ ਕਰਕੇ ਜਿਹੜੇ ਹੈ ਨਾ ਜੀ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਦੇ ਹੱਥ ਮਜ਼ਬੂਤ ਕੀਤੇ ਨੇ। ਥੋੜੀ ਸੰਗ ਜਿਹੜੀ ਹੈ ਨਾ ਜੀ ਸ਼ਿਵ ਸੈਨਾ ਵੱਲ ਵੇਖ ਕੇ ਆਉਣੀ ਚਾਹੀਦੀ ਸੀ। ਮੈਂ ਪਰਸਨਲੀ ਤੌਰ ਦੇ ਉੱਤੇ ਜੇ ਪੱਤਰਕਾਰੀ ਤੋਂ ਹਟ ਕੇ ਗੱਲ ਕਰਾਂ ਤਾਂ ਮੈਂ ਸ਼ਿਵ ਸੈਨਾ ਦਾ ਕੱਟੜ ਵਿਰੋਧੀ ਹੈ ਜੀ। ਹਮੇਸ਼ਾ ਉਹਨਾਂ ਨੇ ਜਿਹੜੀਆਂ ਜੀ ਉਹ ਮਤਸਵੀਪੁਣਾ ਜਿਹੜਾ ਕੀਤਾ, ਕੱਟੜਪੁਣਾ ਉਹਨਾਂ ਨੇ ਕੀਤਾ। ਪਰ ਇਸ ਮਾਮਲੇ ਦੇ ਉੱਤੇ ਤਾਂ ਸ਼ਿਵ ਸੈਨਾ ਦੀ ਵੀ ਤਾਰੀਫ ਕਰਨ ਨੂੰ ਦਿਲ ਕਰਦਾ ਹੈ ਕਿ ਉਹ ਮਹਾਰਾਸ਼ਟਰ ਦੇ ਵਿੱਚ ਨਿਰਸੰਦੇਹ ਕਿਸਾਨੀ ਤਾਂ ਹੈਗੀ ਆ, ਪਰ ਉਹਨਾਂ ਦਾ ਆਧਾਰ ਤਾਂ ਤਕਰੀਬਨ ਮੁੰਬਈ ਦੇ ਵਿੱਚ ਹੀ ਹੈ ਨਾ, ਸ਼ਹਿਰ ਦੇ ਵਿੱਚ ਬਾਹਰ ਨਹੀਂ ਹੈਗਾ। ਫਿਰ ਵੀ ਉਹਨਾਂ ਨੇ ਇਸ ਮਸਲੇ ਦੇ ਉੱਤੇ ਵਿਰੋਧ ਕੀਤਾ ਸੈਂਟਰ ਦੀ ਸਰਕਾਰ ਦਾ। ਉਹਨਾਂ ਨੇ ਵੋਟਾਂ ਦੇ ਟਾਈਮ ਦੇ ਉੱਤੇ ਗੈਰ ਹਾਜ਼ਰ ਰਹੇ, ਪਰ ਇਹ ਸਿਰਫ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹਨਾਂ ਦੀ ਗੱਦੀ ਬਚਾਉਣ ਦੇ ਵਾਸਤੇ ਇਹਨਾਂ ਨੇ ਜਿਹੜੀਆਂ ਉਹ ਵੋਟਾਂ ਪਾਈਆਂ। ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਬ੍ਰਹਮਪੁਰਾ ਸਾਹਿਬ ਜਿਹੜੇ ਸੀਨੀਅਰ ਨੇਤਾ ਨੇ ਉਹ ਵੀ ਚੁੱਪ ਗੜੁੱਪ ਕਿਉਂ ਜਿਹੜਾ ਜੀ ਉਹ ਬੈਠੇ ਰਹੇ। ਉਹ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਡਾਢੇ ਨਿਰਾਸ਼ ਹੋਏ ਅਕਾਲੀ ਸਰਕਾਰ ਤੋਂ ਕਿ ਉਹਨਾਂ ਨੇ ਤਾਂ ਜੋ ਕਰਨਾ ਸੀ ਉਹ ਕਰ ਦਿੱਤਾ। ਹੁਣ ਉਹ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਪੱਲਾ ਜਿਹੜਾ ਉਹ ਫੜਨ ਦੀ ਯਤਨਾਂ ਦੇ ਵਿੱਚ ਨੇ। ਭਾਰਤੀ ਕਿਸਾਨ ਯੂਨੀਅਨ ਜਿਹੜੀ ਹੈ ਜੀ 24 ਮਾਰਚ ਨੂੰ ਖੰਨਾ ਦੇ ਵਿੱਚ ਉਹਦੇ ਰੈਲੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਔਰ ਇਹ ਪਤਾ ਲੱਗਾ ਕਿ ਅੰਨਾ ਹਜ਼ਾਰੇ ਹੋਰੀ ਖੰਨੇ ਦੇ ਵਿੱਚ ਕੀਤੀ ਜਾ ਰਹੀ ਇਸ ਰੈਲੀ ਦੇ ਵਿੱਚ ਕੌਮੀ ਕਿਸਾਨ ਅੰਦੋਲਨ ਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਕਰਨਗੇ ਜੀ। ਅੰਨਾ ਹਜ਼ਾਰੇ 21 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਆਉਣਗੇ। ਉਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਵਿੱਚ ਪਹੁੰਚਣਗੇ ਤੇ 24 ਮਾਰਚ ਨੂੰ ਖੰਨੇ ਦੇ ਵਿੱਚ ਕਿਸਾਨਾਂ ਦੀ ਰੈਲੀ ਜਿਹੜੀ ਹੈ ਜੀ ਉਹਨੂੰ ਉਹ ਸੰਬੋਧਨ ਕਰਨਗੇ। ਬਲਬੀਰ ਸਿੰਘ ਰਾਜੇਵਾਲ ਜਿਹੜੇ ਗਰੁੱਪ ਹੈ ਜੀ ਉਹਨਾਂ ਨੇ ਇਹਦਾ ਸਾਰਾ ਜਿਹੜਾ ਇੰਤਜ਼ਾਮ ਕੀਤਾ। ਮੈਂ ਇਹ ਵੀ ਦੱਸ ਦਵਾਂ ਕਿ ਇੱਕ ਧੜਾ ਜਿਹੜਾ ਲਖੋਵਾਲ ਵਾਲਾ ਵੀ ਹੈਗਾ ਜੀ। ਲਖੋਵਾਲ ਨੂੰ ਜਿਹੜੀ ਬੱਤੀ ਵਾਲੀ ਗੱਡੀ ਆ ਉਹ ਪੰਜਾਬ ਦੀ ਸਰਕਾਰ ਨੇ ਦਿੱਤੀ ਹੋਈ ਆ, ਇਸ ਕਰਕੇ ਅਜਮੇਰ ਸਿੰਘ ਲਖੋਵਾਲ ਦਾ ਪਤਾ ਹੀ ਨਹੀਂਗਾ ਜੀ ਉਹ ਕਿੱਥੇ ਨੇ ਇਸ ਵੇਲੇ, ਤੇ ਉਹ ਇਸ ਮਸਲੇ ਦੇ ਉੱਤੇ ਕੀ ਜਿਹੜਾ ਜੀ ਉਹ ਬੋਲਣਾ ਚਾਹੁੰਦੇ ਨੇ। ਆਪਣੇ ਨੇੜਲੇ ਰਿਸ਼ਤੇਦਾਰ ਦੇ ਵਿਆਹ ਦੇ ਉੱਤੇ ਕਰੋੜਾਂ ਰੁਪਈਏ ਖਰਚ ਜਿਹੜੇ ਜੀ ਉਹ ਕਰਨ ਵਾਲੇ ਲਖੋਵਾਲ ਸਾਹਿਬ ਜਿਹੜੇ ਅਮੀਰਾਂ ਦੇ ਵਿੱਚ ਗਿਣੇ ਜਾਂਦੇ ਨੇ, ਇਸ ਕਰਕੇ ਗਰੀਬ ਕਿਸਾਨਾਂ ਦੀ ਉਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਹੈ ਜੀ। ਬਿਲਕੁਲ ਜੀ। ਤੇ ਅਗਲੀ ਗੱਲ ਕਰਦੇ ਹਾਂ ਵੀ ਪੰਜਾਬ ਦੀ ਸਰਕਾਰ ਦਾ ਜਿਹੜਾ ਮੋਹ ਆ ਡਾਕਟਰ ਮਨਮੋਹਨ ਸਿੰਘ ਆ ਉਹਨਾਂ ਦੇ ਨਾਲ ਟੁੱਟ ਨਹੀਂ ਰਿਹਾ। ਅਜੇ ਵੀ ਉਹਨਾਂ ਦੀ ਵੈਬਸਾਈਟ ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਦਿਖਾਇਆ ਜਾ ਰਿਹਾ।
ਸ਼ਾਇਦ ਜੇ ਦੇਖਿਆ ਜਾਵੇ ਤਾਂ ਇਹਦਾ ਜਿਹੜਾ ਜੀ ਮੇਨ ਜਿਹੜਾ ਕਾਰਨ ਹੈ ਕਿਤੇ ਨਾ ਕਿਤੇ ਜਿਹੜਾ ਦੀ ਉਹ ਇਹ ਜਾਪਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਚੇਤਾ ਜਿਹੜਾ ਨਾ ਦੀ ਇਸ ਵੇਲੇ ਮਨਮੋਹਨ ਸਿੰਘ ਹੋਰਾਂ ਦਾ, ਭਾਵ ਕਿ ਮਤੇਈ ਮਾਂ ਦਾ ਜਿਹੜਾ ਚੇਤਾ ਜੀ ਉਹ ਜ਼ਿਆਦਾ ਆ ਰਿਹਾ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿੰਨਾ ਸਕੀ ਮਾਂ ਨੇ ਦੁਰਕਾਰਿਆ ਨਾ ਜੀ, ਉਹਨਾਂ ਉਹ ਪਿਆਰ ਜਿਹੜਾ ਜੀ ਉਹ ਕਰਦੀ ਰਹੀ ਹੈ ਇਹਨਾਂ ਨੂੰ ਮਤੇਈ ਮਾਂ। ਜਿੰਨੀ ਵਾਰੀ ਵੀ ਜਾਂਦੇ ਸਨ ਗੁਲਦਸਤਾ ਲੈ ਕੇ ਤੇ ਕੁਛ ਨਾ ਕੁਛ ਉੱਥੋਂ ਲੈ ਕੇ ਪਰਤਦੇ ਹੁੰਦੇ ਸਨ ਜੀ। ਹੁਣ ਤਾਂ ਪਹਿਲੀ ਤਾਂ ਗੱਲ ਹੈ ਜੀ ਕਿ ਟਾਈਮ ਹੀ ਨਹੀਂ ਮਿਲਦਾ, ਜੇ ਮਿਲਦਾ ਟਾਈਮ ਤੇ ਉਹਨਾਂ ਨੂੰ ਦਬਕੇ ਇੰਨੇ ਕੁ ਪੈਂਦੇ ਆ ਜੀ ਕਿ ਦੋਵੇਂ ਜਾਣੇ ਜਿਹੜੇ ਸਨ ਐਂਡ ਡੈਡ ਨੇ ਉਹ ਜਿਹੜੀ ਤੇਜ਼ੀ ਨਾਲ ਜਾਂਦੇ ਨੇ ਉਸੇ ਤੇਜ਼ੀ ਨਾਲ ਜਿਹੜਾ ਵਾਪਸ ਪਰਤ ਆਉਂਦੇ ਨੇ ਜੀ। ਨਰਿੰਦਰ ਮੋਦੀ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੋਇਆ ਪੌਣੇ ਸਾਲ ਤੋਂ ਉੱਤੇ ਦਾ ਹੋ ਗਿਆ, ਪਰ ਪੰਜਾਬ ਸਰਕਾਰ ਦੀ ਜਿਹੜੀ ਵੈਬਸਾਈਟ ਹੈ ਪੰਜਾਬ gov.in ਉਹਦੇ ਮੁੱਖ ਪੇਜ ਦੇ ਉੱਤੇ ਜਿਹੜੀ ਅਪਲੋਡ ਆਨਲਾਈਨ ਟੈਲੀਫੋਨ ਡਾਇਰੈਕਟਰੀ ਹੈ ਉਹਦੇ ਵਿੱਚ ਅਜੇ ਵੀ UPA ਦੀ ਸਰਕਾਰ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਤੇ ਇੱਥੇ ਯੋਜਨਾ ਕਮਿਸ਼ਨ ਜਿਹੜਾ ਜੀ ਉਹ ਕੰਮ ਕਰ ਰਿਹਾ ਜੀ। ਪੰਜਾਬ ਸਰਕਾਰ ਏਡੀ ਤੇਜ਼ ਤਰਾਰ ਹੈ ਜੀ ਕਿ ਲੋਕ ਸਭਾ ਦੀ ਸਪੀਕਰ ਅਜੇ ਵੀ ਮੀਰਾ ਕੁਮਾਰ ਹੀ ਦੱਸੀ ਜਾਂਦੇ ਨੇ ਔਰ ਜਿਹੜਾ 177 ਸਫ਼ਿਆਂ ਦੀ ਆਨਲਾਈਨ ਟੈਲੀਫੋਨ ਡਾਇਰੈਕਟਰੀ ਆ ਉਹਦੇ ਵਿੱਚ ਕਮਿਸ਼ਨ ਦੇ ਚੇਅਰਮੈਨ ਡਾਕਟਰ ਮਨਮੋਹਨ ਸਿੰਘ ਨੇ ਤੇ ਉਪ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੇ, ਜਦੋਂ ਕਿ ਮੋਦੀ ਦੀ ਅਗਵਾਈ ਵਾਲੀ NDA ਸਰਕਾਰ ਜਿਹੜੀ ਹੈ ਜੀ ਯੋਜਨਾ ਕਮਿਸ਼ਨ ਨੂੰ ਭੰਗ ਕਰਕੇ ਨੀਤੀ ਆਯੋਗ ਉਹਨੇ ਕਾਇਮ ਜਿਹੜਾ ਜੀ ਉਹ ਕੀਤਾ ਹੋਇਆ। ਪੰਜਾਬ ਸਰਕਾਰ ਦੀ ਆਨਲਾਈਨ ਦੇ ਨਾਲ 2015 ਦੀ ਪ੍ਰਿੰਟਡ ਡਾਇਰੀ ਜਿਹੜੀ ਹੈ ਜੀ ਉਹ ਵੀ ਅਕਾਲੀ ਭਾਜਪਾ ਦੇ ਨਾਲ ਜਿਹੜੀ ਮਨੋਮਨੀ ਜਿਹੜੀ ਖਟਾਸ ਹੈ ਉਹਨੂੰ ਕਲੀਅਰ ਕਰਦੀ ਹੈ। ਪੰਜਾਬ ਸਰਕਾਰ ਦੀ 2015 ਦੀ ਪ੍ਰਿੰਟਡ ਡਾਇਰੀ ਅੰਦਰ ਜਿਹੜੇ ਟੈਲੀਫੋਨ ਡਾਇਰੈਕਟਰੀ ਵਿੱਚ ਵੀ ਬੜੀਆਂ ਖਾਮੀਆਂ ਨੇ। ਇਹਦੇ ਵਿੱਚ ਵੀ ਨੀਤੀ ਆਯੋਗ ਦਾ ਪੁਰਾਣਾ ਨਾਂ ਯੋਜਨਾ ਕਮਿਸ਼ਨ ਹੀ ਦਰਜ ਕੀਤਾ ਹੋਇਆ ਔਰ ਯੋਜਨਾ ਕਮਿਸ਼ਨ ਦੇ ਵੇਰਵਿਆਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਤਾਂ ਸਭ ਤੋਂ ਉੱਪਰ ਲਿਖਿਆ ਪਰ ਚੇਅਰਮੈਨ ਵਜੋਂ ਉਹਨਾਂ ਦਾ ਕੋਈ ਜਿਹੜਾ ਜੀ ਉਹ ਜ਼ਿਕਰ ਨਹੀਂ ਹੈਗਾ। ਜਿਵੇਂ ਮਰਜ਼ੀ ਸਹੀ ਜੀ, ਲੱਗਦਾ ਜੀ ਕਿ ਇਸ ਟਾਈਮ ਜਿਹੜੀ ਹੈ ਸਭ ਤੋਂ ਵੱਧ ਯਾਦ ਜੇ ਕਿਸੇ ਨੂੰ ਆ ਰਹੀ ਹੋਊਗੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਤਾਂ ਉਹ ਸਾਡੇ ਪੰਜਾਬ ਦੇ ਜਿਹੜੇ ਅਕਾਲੀ ਨੇ ਜੀ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜੇ ਸਨ ਐਂਡ ਡੈਡ ਨੇ ਉਹਨਾਂ ਨੂੰ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿੱਥੇ ਵੀ ਹੁਣ ਅਕਾਲੀ ਆਗੂ ਦੀ ਕਿਤੇ ਗੱਲ ਆਉਂਦੀ ਉੱਥੇ ਗੈਰ ਕਾਨੂੰਨੀ ਆਪਣੇ ਆਪ ਸ਼ਾਇਦ ਨਾਲ ਜੁੜੀ ਜਾ ਰਿਹਾ ਆ। ਇੱਕ ਹੋਰ ਜਿਹੜਾ ਅਕਾਲੀ ਆਗੂ ਗ੍ਰਿਫਤਾਰ ਕੀਤਾ ਗਿਆ ਆ ਗੈਰ ਕਾਨੂੰਨੀ ਲਾਟਰੀ ਦਾ ਧੰਦਾ ਕਰਦਾ ਸੀ। ਗੱਲ ਇਹ ਜੀ ਕਿ ਪੈਸੇ ਕਮਾਉਣ ਦੀ ਕਿ ਕਿੱਥੋਂ ਜਿਹੜੇ ਆ ਉਹ ਪੈਸੇ ਆਉਂਦੇ ਆ। ਅੱਜ ਤੁਸੀਂ ਕੋਈ ਵੀ ਗੱਲ ਕਹਿ ਦਿਓ ਕਿ ਫਲਾਨਾ ਜਿਹੜਾ ਬਿਜ਼ਨਸ ਸੀਗਾ ਨਾ ਉਹਦੇ ਵਿੱਚ ਜਿਹੜੇ ਅਕਾਲੀਆਂ ਨੇ, ਚਾਹੇ ਇਹ ਕਹਿ ਦਿਓ ਕਿ ਕਿਸੇ ਨੇ ਜੀ ਗੋਲ ਗੱਪਿਆਂ ਵਾਲੀ ਰੇਹੜੀ ਜਿਹੜੀ ਸੀਗੀ ਉਹਦੇ ਵਿੱਚ ਹਿੱਸਾ ਪਾ ਲਿਆ ਕਿਸੇ ਅਕਾਲੀ ਆਗੂ ਨੇ, ਤੇ ਜਿਹੜਾ ਸੁਣਨ ਵਾਲਾ ਨਾ ਜੀ ਉਹ ਕਦੀ ਇਹ ਨਹੀਂ ਕਹੂਗਾ ਵੀ ਐਵੇਂ ਕਿਉਂ ਤੁਸੀਂ ਬਦਨਾਮ ਕਰੀ ਜਾਂਦੇ ਹੋ। ਉਹ 2-3 ਰੇਹੜੀਆਂ ਹੋਰ ਗਿਣਾਉਂਦਾ, ਪਾ ਲਿਆ ਹੋਣਾ ਕਹਿੰਦੇ ਜੀ ਫਲਾਨੇ ਜਿਹੜੇ ਸ਼ਹਿਰਾਂ ਦੀਆਂ ਰੇਹੜੀਆਂ ਨਾ ਟਿੱਕੀ ਵਾਲੀਆਂ ਉਹਦੇ 'ਚ ਵੀ ਪਾਇਆ ਸੀਗਾ, ਇੱਕ ਉਹਨਾਂ ਨੇ ਪਾਪੜੀਆਂ ਵਾਲੀ ਰੇਹੜੀ 'ਚ ਵੀ ਹਿੱਸਾ ਪਾਇਆ ਸੀਗਾ। ਲੋਕ ਅੱਗੋਂ ਜਿਹੜੀਆਂ 2-4 ਹੋਰ ਸੁਣਾ ਕੇ ਜਿਹੜਾ ਇਹਨਾਂ ਦੀ ਉਹ ਦੱਸ ਦਿੰਦੇ ਨੇ, ਭਾਵ ਕਿ ਲੋਕ ਇਹ ਮੰਨ ਰਹੇ ਨੇ ਕਿ ਹਾਂ ਹੋ ਸਕਦਾ ਜੀ ਹਿੱਸਾ ਪਾ ਲਿਆ ਹੋਵੇ। ਸੋ ਕਿਸੇ ਪਾਸਿਓਂ ਜਿਹੜਾ ਇਹਨਾਂ ਦੀ ਪੈਸਾ ਜਿੱਥੋਂ ਵੀ ਆਉਂਦਾ ਉਹ ਜਿਹੜੀ ਹੜੱਪਣ ਦੀ ਕੋਸ਼ਿਸ਼ ਹੈ ਜੀ। ਮੰਡੀ ਕਿਲਿਆਂ ਵਾਲੀ ਜਿਹੜੀ ਹੈ ਨਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਗੈਰ ਕਾਨੂੰਨੀ ਕੰਪਿਊਟਰ ਲਾਟਰੀ ਅੱਡੇ ਦਾ ਸੰਚਾਲਕ ਅਕਾਲੀ ਆਗੂ ਅਜੇ ਖਰੋੜ ਆ ਜੀ, ਜਿਹੜਾ ਉਹਦੇ ਸਣੇ 4 ਜਾਣਿਆਂ ਨੂੰ ਪੁਲਿਸ ਨੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਇਹ ਮੁੱਖ ਮੁਲਜ਼ਮ ਜਿਹੜਾ ਅਕਾਲੀ ਆਗੂ ਹੈ ਅਜੇ ਖਰੋੜ ਮੰਡੀ ਕਿਲਿਆਂਵਾਲੀ ਦੀ ਮਹਿਲਾ ਅਕਾਲੀ ਸਰਪੰਚ ਦਾ ਘਰ ਵਾਲਾ ਜੀ। ਇਹ ਲੰਬੀ ਥਾਣੇ ਦੇ ਅਧੀਨ ਪੈਂਦੇ ਚੌਂਕੀ ਕਿਲਿਆਂਵਾਲੀ ਜਿਹੜੀ ਹੈ ਜੀ ਇਹਦੇ ਕੀਰਤੀ ਨਗਰ ਦੇ ਵਿੱਚ ਅਜੇ ਖਰੋੜ ਦੀ ਕੋਠੀ ਦੇ ਉੱਤੇ ਛਾਪਾ ਮਾਰਿਆ ਗਿਆ ਪੁਲਿਸ ਦੇ ਵੱਲੋਂ। ਲਾਟਰੀ ਅੱਡੇ ਦੇ ਸੰਚਾਲਕ ਕੋਠੀ ਮਾਲਕ ਅਕਾਲੀ ਆਗੂ ਅਜੇ ਖਰੋੜ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਲੈਪਟਾਪ LCD ਟੈਬ 8300 ਰੁਪਇਆ ਨਗਦ ਜਿਹੜਾ ਜੀ ਉਹ ਬਰਾਮਦ ਕੀਤਾ। ਇਹ ਕਿਹਾ ਜਾ ਰਿਹਾ ਕਿ ਗੈਰ ਕਾਨੂੰਨੀ ਲਾਟਰੀ ਦਾ ਅੱਡਾ ਇਹ ਪਿਛਲੇ ਕੁਝ ਸਾਲਾਂ ਤੋਂ ਚਲਾ ਰਿਹਾ ਔਰ ਵੱਡਾ ਕਾਰੋਬਾਰ ਜਿਹੜਾ ਜੀ ਇਹਨੇ ਖੜਾ ਕੀਤਾ ਹੋਇਆ। ਤੁਸੀਂ ਇਹ ਕਹਿ ਲਓ, ਤੁਸੀਂ ਜਿਵੇਂ ਕਹਿ ਰਹੇ ਸੀਗੇ ਕਿ ਹਾਲਾਤ ਜਿਹੜੇ ਨੇ ਉਹ ਇੱਦਾਂ ਦੇ ਬਣ ਗਏ ਨੇ ਕਿ ਜਦੋਂ ਕੋਈ ਬੰਦਾ ਫੜਿਆ ਜਾਂਦਾ ਤੇ ਸਭ ਤੋਂ ਪਹਿਲਾਂ ਨਿਗਾਹ ਇਸ ਗੱਲ ਤੇ ਜਾਂਦੀ ਵੀ ਇਹ ਵੀ ਅਕਾਲੀ ਆਗੂ ਹੀ ਹੋਊਗਾ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲਖਵੀ ਦੀ ਰਿਹਾਈ ਇੱਕ ਵਾਰੀ ਫੇਰ ਰੁਕੀ ਜੀ। ਮੁੰਬਈ ਹਮਲਿਆਂ ਦਾ ਜਿਹੜਾ ਜੀ ਨੀਤੀ ਘਾੜਾ ਜ਼ਕੀਉਰ ਰਹਿਮਾਨ ਲਖਵੀ ਉਹਦੀ ਰਿਹਾਈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਅਦਾਲਤ ਨੇ ਦਿੱਤੀ ਸੀ 2 ਦਿਨ ਪਹਿਲਾਂ। ਭਾਰਤ ਨੇ ਇਹਦੇ ਉੱਤੇ ਵਾਵਾ ਇਤਰਾਜ਼ ਜਿਹੜਾ ਉਹ ਪ੍ਰਗਟ ਕੀਤਾ ਸੀਗਾ। ਹੁਣ ਫਿਲਹਾਲ ਫਿਰ ਇਹਦੀ ਰਿਹਾਈ ਜਿਹੜੀ ਹੈ ਜੀ ਉਹ 1 ਮਹੀਨਾ ਰੁਕੀ ਹੈ ਜੀ। ਲਖਵੀ ਨੂੰ 1 ਮਹੀਨਾ ਹੋਰ ਜੇਲ੍ਹ ਦੇ ਵਿੱਚ ਲਾਉਣਾ ਪਊਗਾ। ਇਸਲਾਮਾਬਾਦ ਹਾਈ ਕੋਰਟ ਨੇ ਲਖਵੀ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਉਹਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ ਸੀਗੇ।
ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਮੁਤਾਬਕ ਜਸਟਿਸ ਨਰੂਲ ਹੱਕ ਨੇ ਲਖਵੀ ਦੀ ਉਸ ਅਪੀਲ ਨੂੰ ਪ੍ਰਵਾਨ ਕਰ ਲਿਆ ਸੀ, ਜਿਹਦੇ ਵਿੱਚ ਲਖਵੀ ਨੇ ਤੀਜੀ ਵਾਰੀ ਗ੍ਰਿਫਤਾਰੀ ਦੇ ਹੁਕਮਾਂ ਨੂੰ ਜਿਹੜੀ ਉਹ ਚੁਣੌਤੀ ਦਿੱਤੀ ਸੀਗੀ ਜੀ। ਐਕਚੁਅਲੀ ਜਿਹੜਾ ਇਹਦੇ ਵਿੱਚ ਫਿਰ ਇਹ ਹੋਇਆ ਜੀ ਅੱਗੋਂ ਕਿ ਜਿਹੜੇ ਅਦਾਲਤ ਆ ਜੀ ਉਹਨੇ ਇਹ ਕਹਿਤਾ ਕਿ 1 ਮਹੀਨਾ ਜਿਹੜਾ ਜੀ ਅਜੇ ਲਖਵੀ ਦੀ ਰਿਹਾਈ ਜਿਹੜੀ ਆ ਉਹ ਨਹੀਂ ਹੋ ਸਕਦੀ। ਅਦਾਲਤ ਨੇ ਉਹਦੀ ਤੁਰੰਤ ਰਿਹਾਈ ਜਿਹੜੀ ਇਹ ਕਹਿ ਕੇ ਰੋਕਤੀ ਸੀ ਜੇਲ੍ਹ ਅਧਿਕਾਰੀਆਂ ਨੇ, ਮਾਫ ਕਰਨਾ, ਕਿ ਫੈਕਸ ਵਾਲੇ ਜਿਹੜੇ ਆਰਡਰ ਨੇ ਉਹਨਾਂ ਨੂੰ ਜਿਹੜਾ ਜੀ ਨਹੀਂ ਮੰਨਿਆ ਜਾ ਸਕਦਾ। ਲਿਖਤੀ ਜਿਹੜੇ ਅਦਾਲਤ ਦੇ ਆਰਡਰ ਨੇ ਉਹ ਲੈ ਕੇ ਆਓ। ਬੇਸ਼ੱਕ ਜਿਹੜੀ ਭਾਰਤੀ ਸਰਕਾਰ ਇਹ ਕਹਿੰਦੀ ਹੈ ਕਿ ਉਹਨਾਂ ਦੇ ਦਬਾਅ ਦੇ ਹੇਠ ਇਹ ਜਿਹੜੀ ਇਹਦੀ ਰਿਹਾਈ ਰੁਕੀ ਆ। ਆਈ ਥਿੰਕ ਇੰਟਰਨੈਸ਼ਨਲ ਜਿਹੜਾ ਦਬਾਅ ਹੈ ਨਾ ਜੀ ਉਹਦੇ ਤਹਿਤ ਇਹ ਰਿਹਾਈ ਲਖਵੀ ਦੀ ਰੁਕੀ ਹੈ, ਨਾ ਕਿ ਜਿਹੜਾ ਜੀ ਸਿਰਫ ਭਾਰਤ ਦੇ ਦਬਾਅ ਦੇ ਤਹਿਤ। ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਚੇਤਾ ਕਰਵਾਇਆ ਕਿ 2008 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਾਸਤੇ ਉਹਨੇ ਜਿਹੜਾ ਜੀ ਵਚਨਬੱਧਤਾ ਦਿੱਤੀ ਹੋਈ ਹੈ ਪਾਕਿਸਤਾਨ ਨੇ। ਜੀ ਜੀ। ਜਿਹੜੇ ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਜੈਨ ਸੇਕੀ, ਉਹਨੇ ਲਖਵੀ ਦੀ ਰਿਹਾਈ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਦੀਆਂ ਸਾਰੀਆਂ ਰਿਪੋਰਟਾਂ ਦੇ ਉੱਤੇ ਉਹ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਰੱਖ ਰਹੀ ਹੈ। ਸੋ ਉਹਦੀ ਜਿਹੜੀ ਰਿਹਾਈ ਹੈ ਜੀ ਹਾਲ ਦੀ ਘੜੀ ਟਲ ਗਈ ਹੈ। ਤੋ ਲੱਗਦਾ ਨਹੀਂ ਕਿ ਇੰਨਾ ਸੌਖਾ ਹੈ ਉਹਨੂੰ ਬਾਹਰ ਕੱਢਣਾ, ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ ਜੀ ਇਹਦੇ ਲਈ। ਜੀ ਬਿਲਕੁਲ ਜੀ। ਤੇ ਅਮਰੀਕਾ ਨੇ ਵੀ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਇਹ ਚੀਜ਼ ਚੇਤੇ ਕਰਵਾਈ ਸੀ ਵੀ ਤੁਸੀਂ ਪਹਿਲੋਂ ਇਹ ਚੀਜ਼ ਆਪਣਾ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਵਚਨ ਦਿੱਤਾ ਆ ਵੀ ਅਸੀਂ ਉਹਨਾਂ ਨੂੰ ਸਜ਼ਾ ਦਿਵਾਵਾਂਗੇ। ਤੇ ਅਗਲੀ ਗੱਲ ਕਰਦੇ ਹਾਂ, ਜਿਹੜੇ ਵਿਸ਼ਵ ਕ੍ਰਿਕਟ ਕੱਪ ਜਿਹੜਾ ਚੱਲ ਰਿਹਾ ਵਿਸ਼ਵ ਕੱਪ, ਉਸ ਦਾ ਕੱਲ੍ਹ ਕਾਫੀ ਦਿਲਚਸਪ ਮੁਕਾਬਲਾ ਰਿਹਾ ਭਾਰਤ ਤੇ ਜ਼ਿੰਬਾਬਵੇ ਦਾ। ਜੀ ਬੇਸ਼ੱਕ ਇਹ ਤੁਸੀਂ ਇਹ ਕਹਿ ਲਓ ਇਹਦਾ ਅਸਰ ਤਾਂ ਬਹੁਤਾ ਹੋਣਾ ਨਹੀਂ ਸੀਗਾ ਜਿੱਤ ਹਾਰ ਦਾ, ਪਰ ਫਿਰ ਵੀ ਜਿੱਤ ਜਿਹੜੀ ਆ ਉਹ ਜਿੱਤੀ ਹੁੰਦੀ ਹੈ। ਇੰਨਾ ਜ਼ਰੂਰ ਹੈ ਕਿ ਜ਼ਿੰਬਾਬਵੇ ਨੇ ਥੋੜਾ ਪਸੀਨਾ ਵੀ ਕੱਢਤਾ ਜਿਹੜਾ ਭਾਰਤੀ ਕ੍ਰਿਕਟ ਟੀਮ ਦਾ, ਜਿਹੜੀ ਜੇਤੂ ਰੱਥ ਦੇ ਉੱਤੇ ਸਵਾਰ ਹੈ ਜੀ, ਔਰ ਲਗਾਤਾਰ 6ਵੀਂ ਜਿੱਤ ਜਿਹੜੀ ਹੈ ਜੀ ਉਹ ਹੋਈ ਆ ਇਸ ਵਿਸ਼ਵ ਕ੍ਰਿਕਟ ਕੱਪ ਦੇ ਵਿੱਚ। ਇਹ ਵਿਸ਼ਵ ਰਿਕਾਰਡ ਜਿਹੜਾ ਜੀ ਬਣ ਗਿਆ, ਜਿਹੜਾ ਕਿ ਇੰਨੀਆਂ ਜਿਹੜੀਆਂ ਜਿੱਤਾਂ, ਔਰ ਮਹਿੰਦਰ ਸਿੰਘ ਧੋਨੀ ਜਿਹੜਾ ਕਿ ਕੈਪਟਨ ਹੈ ਉਹਨੇ ਵੀ ਇਸ ਜਿੱਤ ਦੇ ਨਾਲ ਨਵਾਂ ਇੱਕ ਕੀਰਤੀਮਾਨ ਜਿਹੜਾ ਜੀ ਉਹ ਸਥਾਪਿਤ ਕੀਤਾ। 288 ਦੌੜਾਂ ਜਿਹੜੀਆਂ ਸੀਗੀਆਂ ਜ਼ਿੰਬਾਬਵੇ ਦੇ ਪਹਿਲਾਂ ਬਣਾਈਆਂ, ਉਹਦੀ ਸਾਰੀ ਟੀਮ ਆਊਟ ਹੋ ਗਈ। ਇਹ ਵੀ ਰਿਕਾਰਡ ਬਣ ਗਿਆ ਜੀ ਕਿ 6 ਵਾਰੀ ਆਲ ਆਊਟ ਜਿਹੜੀ ਹੈ ਜੀ ਵਿਰੋਧੀ ਟੀਮ ਨੂੰ ਭਾਰਤ ਨੇ ਕੀਤਾ। ਉਦੋਂ ਬਾਅਦ ਜਿਹੜਾ ਸੀਗਾ ਜੀ ਸ਼ੁਰੂਆਤ ਖਰਾਬ ਰਹੀ। ਭਾਰਤ ਨੇ 92 ਦੌੜਾਂ ਦੇ ਉੱਤੇ ਆਪਣੀਆਂ 4 ਵਿਕਟਾਂ ਜਿਹੜੀਆਂ ਸੀਗੀਆਂ ਉਹ ਗਵਾਤੀਆਂ, ਪਰ ਉਸ ਤੋਂ ਬਾਅਦ ਸੁਰੇਸ਼ ਰੈਣਾ ਤੇ ਮਹਿੰਦਰ ਸਿੰਘ ਧੋਨੀ ਜਿਹੜਾ ਸੀਗਾ ਜੀ ਉਹਨਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ, ਔਰ ਸੁਰੇਸ਼ ਰੈਣਾ ਨੇ ਸੈਂਚੁਰੀ ਵੀ ਜਿਹੜੀ ਦੀ ਉਹ ਜੜੀ, ਉਹਦੇ ਕਰਕੇ ਭਾਰਤ ਨੇ ਇਹ 6ਵੀਂ ਜਿੱਤ ਜਿਹੜੀ ਹੈ ਜੀ ਉਹ ਹਾਸਲ ਕੀਤੀ। ਭਾਰਤ ਪਹਿਲਾਂ ਹੀ ਕੁਆਟਰ ਫਾਈਨਲ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਚੁੱਕਿਆ ਹੋਇਆ ਤੇ ਉਮੀਦ ਹੈ ਜੀ ਕਿ ਉਹਦਾ ਜਿਹੜਾ ਮੁਕਾਬਲਾ ਹੈ ਉੱਥੇ ਜ਼ਿੰਬਾਬਵੇ ਦੇ ਨਾਲ ਹੀ ਜਿਹੜਾ ਜੀ ਉਹ ਹੋਊਗਾ। ਮੈਂ ਤੇ ਠੀਕ ਕਹਿ ਦਵਾਂ ਤੇ ਬੰਗਲਾਦੇਸ਼ ਦੇ ਨਾਲ ਜਿਹੜਾ ਕੁਆਟਰ ਫਾਈਨਲ ਦਾ, ਜੀ ਮਾਫ ਕਰਨਾ ਜੀ, ਬੰਗਲਾਦੇਸ਼ ਦੀ ਟੀਮ ਦੇ ਨਾਲ ਜਿਹੜਾ ਜੀ ਉਹਦਾ ਕੁਆਟਰ ਫਾਈਨਲ ਜਿਹੜਾ ਉਹ ਹੋਊਗਾ। ਤੁਸੀਂ ਬਿਲਕੁਲ ਦਰੁਸਤ ਹੋ ਜੀ। ਮੈਨੂੰ ਇਹ ਸੀ ਸ਼ਾਇਦ ਕ੍ਰਿਕਟ ਦੀ ਜਾਣਕਾਰੀ ਮੈਂ ਹੀ ਰੱਖਦਾ ਜੀ। ਦਰੁਸਤ ਕੀਤਾ ਜੀ। ਬੰਗਲਾਦੇਸ਼ ਦੇ ਨਾਲ ਉਹਦਾ ਜਿਹੜਾ ਜੀ ਉਹ ਮੁਕਾਬਲਾ ਹੋਊਗਾ। ਵੈਸੇ ਜਦੋਂ ਇਹ ਕ੍ਰਿਕਟ ਦਾ ਟੂਰਨਾਮੈਂਟ ਸ਼ੁਰੂ ਹੋਣਾ ਸੀਗਾ ਨਾ ਜੀ, ਤਾਂ ਮੈਂ ਨਹੀਂ ਇਹ ਕਹਿੰਦਾ ਕਿ ਦੂਰ ਅੰਦੇਸ਼ੀ ਵਾਲੀ ਗੱਲ ਆ, ਪਰ ਕੁਝ ਜਿਹੜੀਆਂ ਚੀਜ਼ਾਂ ਨੇ ਮੇਰਾ ਬੇਟਾ ਉਹੀ ਇੰਟਰਸਟ ਰੱਖਦਾ ਜੀ। ਉਹ ਕਹਿੰਦਾ ਜੀ ਕਿ ਇਸ ਵਾਰੀ ਕ੍ਰਿਕਟ ਦੀ ਟੀਮ ਜਿਹੜੀ ਭਾਰਤ ਦੀ ਬੜੀ ਮਾੜੀ ਹੈ ਤੇ ਲੱਗਦਾ ਜੀ ਪਹਿਲੇ ਰਾਊਂਡ ਦੇ ਵਿੱਚ ਇਹਨੇ ਆਊਟ ਹੋ ਜਾਣਾ। ਮੈਂ ਉਹਨੂੰ ਇੱਕ ਗੱਲ ਕਹੀ ਸੀ ਕਿ ਜਿਹੜਾ ਵਿਸ਼ਵ ਕ੍ਰਿਕਟ ਕੱਪ ਹੈ ਨਾ, ਜਿਹੜੀ ICC ਚਾਹੇ ਉਹ, ਕਿਉਂਕਿ ਹੈ ਤਾਂ ਪੈਸੇ ਦੀ ਗੇਮ ਹੈ ਨਾ ਜੀ, ਪੈਸੇ ਦੀ, ਬਿਲਕੁਲ। ਤੇ ਜੇ ਏਸ਼ੀਆ ਦੇ ਵਿੱਚੋਂ ਜੇ ਕੋਈ ਟੀਮ ਮੈਂ ਕਿਹਾ ਜਿਹੜੀ ਸਭ ਤੋਂ ਮੂਹਰੇ ਆਉਂਦੀ ਹੈ, ਜਿਹਨੇ ਸਭ ਤੋਂ ਵੱਧ ਪੈਸੇ ਕਮਾਉਣੇ ਆ, ਦਰਸ਼ਕ ਖਿੱਚਣੇ ਆ, ਉਹ ਭਾਰਤੀ ਕ੍ਰਿਕਟ ਟੀਮ ਹੈ। ਕਿਸੇ ਵੀ ਹਾਲਤ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਜਿਹੜੀ ਹੈ ਜੀ ਉਹ ਪਹਿਲੇ ਰਾਊਂਡ ਦੇ ਵਿੱਚੋਂ ਨਹੀਂ ਨਿਕਲ ਸਕਦੀ। ਸੋ ਉਹ ਗੱਲ ਜਿਹੜੀ ਹੈ ਜੀ ਉਹ ਬਿਲਕੁਲ ਰੁਸਤਾ। ਹਾਲਾਂਕਿ ਪਹਿਲਾਂ ਹਾਰਾਂ ਹੁੰਦੀਆਂ ਸੀਗੀਆਂ ਬਹੁਤੀਆਂ ਜਿਹੜੀਆਂ ਜਿੰਨੀਆਂ ਸੀਰੀਜ਼ ਖੇਡੀਆਂ, ਪਰ ਇਸ ਵੇਲੇ ਤਾਂ ਇਹ ਤੁਸੀਂ ਕਹਿ ਲਓ ਕਿ ਬਿਲਕੁਲ ਭਰੀ ਪਈ ਹੈ ਜੀ। ਜਿਹੜੇ ਜੋਸ਼ ਦੇ ਨਾਲ ਭਾਰਤੀ ਕ੍ਰਿਕਟ ਟੀਮ ਲਗਾਤਾਰ ਜਿਹੜਾ ਜੀ ਉਹ ਜਿੱਤ ਰਹੀ ਹੈ। ਦੇਖਦੇ ਹਾਂ ਫਾਈਨਲ ਤੱਕ ਤਾਂ ਤਕਰੀਬਨ ਜਿਹੜੀ ਜਗ੍ਹਾ ਜੀ ਉਹ ਪੱਕੀ ਦਿਸ ਰਹੀ ਹੈ ਭਾਰਤੀ ਕ੍ਰਿਕਟ ਟੀਮ ਦੀ। ਜੀ। ਤੇ ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਤੇ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਇਹ ਕੁਝ ਖਬਰਾਂ। ਤੇ ਬਲਤੇਜ ਪੰਨੂ ਜੀ, ਜਾਣ ਦਾ ਵੇਲਾ ਹੋ ਗਿਆ ਤੇ ਜਾਣ ਤੋਂ ਪਹਿਲਾਂ ਅਜਨਾਮਾ ਕਿ ਮਮਤਾ ਆਣ ਕੇ ਗਈ ਫਿਰ ਪਰਤ ਪਿੱਛੇ, ਮੋਦੀ ਮਿਲਣੋਂ ਤਾਂ ਨਹੀਂ ਇਨਕਾਰ ਕੀਤਾ ਜੀ। ਮਮਤਾ ਆਣ ਕੇ ਗਈ ਫਿਰ ਪਰਤ ਪਿੱਛੇ, ਮੋਦੀ ਮਿਲਣੋਂ ਤਾਂ ਨਹੀਂ ਇਨਕਾਰ ਕੀਤਾ। ਜਿਹੜੇ ਕਰਜ਼ ਦੀ ਮਾਰ ਤੋਂ ਦੁਖੀ ਬੀਬੀ, ਹਲਕਾ ਮੋਦੀ ਛਟਾਂਕੀ ਨਹੀਂ ਭਾਰ ਕੀਤਾ। ਥੱਬਾ ਫਾਈਲਾਂ ਦਾ ਫੋਲਦੀ ਰਹੀ ਸੀ ਉਹ,
ਜਿਹੜਾ ਵਰਤ ਕੇ ਅਕਲ ਤਿਆਰ ਕੀਤਾ, ਫੋਕਾ ਜਿਹਾ ਧਰਵਾਸਾ ਜਿਉਂ ਕੋਈ ਦਿੰਦਾ, ਮੋਦੀ ਇਹੋ ਜਿਹਾ ਚਾਲੂ ਇਕਰਾਰ ਕੀਤਾ। ਕਹਿੰਦਾ ਪੱਛਮ ਬੰਗਾਲ ਦੇ ਰਾਜ ਦੇ ਲਈ ਰੱਖਦੀ ਕਦੇ ਨਹੀਂ ਕਸਰ ਸਰਕਾਰ ਬੀਬੀ ਜੀ। ਕਹਿੰਦਾ ਪੱਛਮ ਬੰਗਾਲ ਦੇ ਰਾਜ ਦੇ ਲਈ ਰੱਖਦੀ ਕਦੇ ਨਹੀਂ ਕਸਰ ਸਰਕਾਰ ਬੀਬੀ, ਅਗਲੀ ਕਿਸ਼ਤ ਹੁਣ ਲੱਗੀ ਹੈ ਉਸ ਪਾਸੇ, ਭਾਣਾ ਮੰਨਣ ਲਈ ਹੋ ਤਿਆਰ ਬੀਬੀ। ਜੀ 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 ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਬੁਲੇਟਿਨ ਤੱਕ ਲਈ ਆਪਣੇ ਸਰੋਤਿਆਂ ਤੋਂ ਇਜਾਜ਼ਤ ਮੰਗਦੇ ਹਾਂ। ਧੰਨਵਾਦ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ। ਸਰੋਤੇ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।